Hello everyone. Okay, good. All right. Okay, thank you so much ਤੁਹਾਡੇ ਸਾਰਿਆਂ ਦਾ ਮੈਸੇजेस ਵਾਸਤੇ। ਅਸੀਂ ਇਹ ਲਾਈਵ ਸੈਸ਼ਨਸ ਪਿਛਲੇ 3 ਹਫ਼ਤਿਆਂ ਤੋਂ ਕਰ ਰਹੇ ਹਾਂ। ਸੋ ਜੇ ਪਿੱਛੇ ਜਾ ਕੇ ਤੁਸੀਂ ਕੋਈ ਵੀ ਸਾਡਾ ਸੈਸ਼ਨ ਸੁਣ ਸਕਦੇ ਹੋ, ਸਾਈਕੋਲੋਜੀ ਜੋ ਕਿਸੇ ਵੀ ਤਰੀਕੇ ਦਾ ਜਿਹੜੀਆਂ ਵੀ ਅਸੀਂ ਵੱਖ-ਵੱਖ ਸਿਚੁਏਸ਼ਨਸ 'ਤੇ ਅਸੀਂ ਵੱਖ-ਵੱਖ ਟੌਪਿਕਸ 'ਤੇ ਅਸੀਂ ਡਿਸਕਸ ਕੀਤਾ ਵਿਆ ਇਹਨਾਂ ਲਾਈਵ ਸੈਸ਼ਨਸ ਦੇ ਵਿੱਚ। ਸੋ ਤੁਸੀਂ ਸਾਡੇ YouTube 'ਤੇ ਵੀ ਸਾਰੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਵਾ। ਸਾਡੀ ਫੇਸਬੁੱਕ 'ਤੇ ਵੀ ਐਂਡ ਸਾਡੀ ਵੈਬਸਾਈਟ 'ਤੇ ਵੀ ਤੁਸੀਂ ਜਾ ਸਕਦੇ www.palvindergill.com 'ਤੇ ਜਾ ਕੇ ਵੀ ਤੁਸੀਂ ਵੀਡੀਓਜ਼ ਅਪਲੋਡਡ ਹੁੰਦੀਆਂ ਉੱਥੇ ਤੁਸੀਂ ਉੱਥੇ ਵੀ ਸੁਣ ਸਕਦੇ ਹੋ। ਸੋ YouTube 'ਤੇ ਵੀ ਸੋ ਇਹ ਸਾਰੀਆਂ ਵੀਡੀਓਜ਼ ਜਿਹੜੀਆਂ ਅਸੀਂ ਲਾਈਵ ਸੈਸ਼ਨਸ ਕੀਤੀਆਂ ਰਿਕਾਰਡਡ ਪਈਆਂ ਸਾਡੀ ਵੈਬਸਾਈਟ 'ਤੇ ਫੇਸਬੁੱਕ 'ਤੇ YouTube 'ਤੇ। ਸੋ ਪਲੀਜ਼ ਤੁਸੀਂ ਵੱਧ ਤੋਂ ਵੱਧ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰੋ ਬਿਕਾਜ਼ ਸਾਡਾ ਮਕਸਦ ਇਹਨਾਂ ਲਾਈਵ ਵੀਡੀਓਜ਼ ਦੇ ਰਾਹੀਂ ਇਹੀ ਹੈ ਇਹਨਾਂ ਕ੍ਰਾਈਸਿਸ ਸਿਚੁਏਸ਼ਨ ਦੇ ਵਿੱਚ ਕਿ ਅਸੀਂ ਵੱਧ ਤੋਂ ਵੱਧ ਇਸ ਕਮਿਊਨਿਟੀ ਦੀ ਮਦਦ ਕਰ ਸਕੀਏ ਇਸ ਸਿਚੁਏਸ਼ਨਸ ਦੇ ਵਿੱਚ ਇੱਕ ਮਾਨਸਿਕ ਮਦਦ ਕਰ ਸਕੀਏ। ਸੋ ਆਈ ਥਿੰਕ ਜਿਹੜੀ ਵੀ ਸਕਿੱਲ ਆਪਾਂ ਨੂੰ ਬਿਕਾਜ਼ ਇਹ ਇੱਕ ਕ੍ਰਾਈਸਿਸ ਸਾਡਾ ਸਾਰਿਆਂ ਦਾ ਸਾਂਝਾ ਕ੍ਰਾਈਸਿਸ ਆ। ਸੋ ਜਿਹੜੀ ਵੀ ਕੋਈ ਵੀ ਆਪਾਂ ਨੂੰ ਸਕਿੱਲ ਆ ਸ਼ੇਅਰ ਕਰਨੀ ਚਾਹੀਦੀ ਹੈ ਮਦਦ ਤੁਸੀਂ ਵੀ ਕਿਸ ਵੀ ਹਿੱਸੇ 'ਚ ਮਦਦ ਕਰ ਸਕਦੇ ਹੋ ਇਸ ਕ੍ਰਾਈਸਿਸ ਦੇ ਵਿੱਚ ਕਮਿਊਨਿਟੀ ਦੀ ਤਾਂ ਮੈਂ ਇਨਕਰੇਜ ਕਰੂੰਗੀ ਬਿਕਾਜ਼ ਤੁਹਾਡੀ ਆਪ ਦੀ ਮਾਨਸਿਕ ਸਿਹਤ ਉਹਦੇ ਨਾਲ ਬੜੀ ਵਧੀਆ ਰਹਿੰਦੀ ਹੈ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਕੰਟਰੀਬਿਊਟ ਕਰਦੇ ਹੋ। ਹਾਂਜੀ, ਅੱਜ ਅਸੀਂ ਗੱਲ ਕਰਾਂਗੇ ਕਿ ਕੁੱਟ ਜਾਂ ਜਿਹਨੂੰ ਸਪੈਂਕਿੰਗ ਵੀ ਅਸੀਂ ਕਹਿੰਦੇ ਹਾਂ ਉਹਦੇ ਵਿੱਚ ਬੱਚੇ ਦੀ ਮਾਨਸਿਕ ਸਿਹਤ 'ਤੇ ਕੀ ਅਸਰ ਪੈਂਦਾ ਵਾ। ਐਂਡ ਫਸਟ ਆਫ ਆਲ ਪਹਿਲਾਂ ਇਹ ਬੜਾ ਜ਼ਰੂਰੀ ਆ ਆਪਾਂ ਇਹ ਡਿਸਕਸ ਕਰੀਏ ਕਿ ਸਾਡੇ ਕਲਚਰ ਦੇ ਵਿੱਚ ਮੇ ਵੀ ਹੋ ਸਕਦਾ ਦੂਸਰੇ ਕਲਚਰ ਦੇ ਵਿੱਚ ਵੀ ਹੋਏ ਪਰ ਮੈਂ ਆਪਣੇ ਕਲਚਰ 'ਚ ਸੋ ਇਸ ਕਰਕੇ ਮੈਨੂੰ ਆਪਣੇ ਕਲਚਰ ਦਾ ਜ਼ਿਆਦਾ ਪਤਾ ਵਾ। ਕੁੱਟ ਜਾਂ ਬੱਚੇ ਨੂੰ ਕੁੱਟਣਾ ਜਾਂ ਸਪੈਂਕਿੰਗ ਕਰਨਾ ਜਿਵੇਂ ਅਸੀਂ ਇੰਡੀਆ ਦੇ ਵਿੱਚ ਵੀ ਪਾਲ ਰਹੇ ਸੀ ਬੜਾ ਕਾਮਨ ਅਤੇ ਨੋਰਮਲ ਸੀ। ਇਹ ਇੱਕ ਤਰੀਕਾ ਸੀ ਬੱਚੇ ਨੂੰ ਛੇਤੀ ਤੋਂ ਛੇਤੀ ਸੁਧਾਰਨ ਦਾ ਆਪਾਂ ਐਂਡ ਸ਼ਾਇਦ ਇੰਡੀਆ ਦੇ ਵਿੱਚ ਹੁਣ ਤਾਂ ਬਹੁਤ ਬਦਲਾਵ ਆ ਗਿਆ ਸਕੂਲਸ ਦੇ ਵਿੱਚ ਇਹ ਚੀਜ਼ਾਂ ਅਲਾਉਡ ਨਹੀਂ ਕਰ ਰਹੇ ਪਰ ਪਹਿਲਾਂ ਬਹੁਤ ਜ਼ਿਆਦਾ ਸੋ ਕਲਚਰ ਦਾ ਸਾਡੇ ਦਾ ਬੜਾ ਵੱਡਾ ਹਿੱਸਾ ਵਾ ਕਿ ਇਹਨਾਂ ਸਾਡੇ ਘਰਾਂ ਦੇ ਵਿੱਚ ਇਸ ਚੀਜ਼ ਨੂੰ ਬੜਾ ਨੋਰਮਲ ਲਿਆ ਜਾਂਦਾ ਸੀਗਾ। ਹੁਣ ਤਾਂ ਥੋੜ੍ਹਾ ਬਹੁਤ ਬੈਟਰ ਹੋ ਰਿਹਾ ਵਾ ਪਰ ਕਿਤੇ ਨਾ ਕਿਤੇ ਫਿਰ ਵੀ ਅਸੀਂ ਇੱਕ ਬੱਚੇ ਨੂੰ ਸੁਧਾਰਨ ਵਾਸਤੇ ਇੱਕ ਬੱਚੇ ਨੂੰ ਠੀਕ ਕਰਨ ਵਾਸਤੇ ਇਹ ਟੂ ਗੋ ਮੈਕੈਨਿਜ਼ਮ ਸੋਚਦੇ ਹਾਂ ਟੈਕਨੀਕ ਸਾਡੇ ਲਈ ਬੜਾ ਕਿਉਂਕਿ ਸਾਡੇ 'ਤੇ ਵੀ ਵਰਤਿਆ ਗਿਆ ਵਾ ਐਂਡ ਇਸ ਕਰਕੇ ਸਾਨੂੰ ਲੱਗਦਾ ਕਿ ਅਸੀਂ ਅਗਾਂਹ ਵੀ ਵਰਤ ਸਕਦੇ ਬਿਕਾਜ਼ ਅਸੀਂ ਇਸ ਟੈਕਨੀਕ ਦੇ ਥਰੂ ਗੁਜ਼ਰੇ ਹਾਂ। ਸੋ ਇੱਕ ਮੇਰੇ ਕੋਲ ਮਦਰ ਆਏ ਬੜੀ ਇੰਟਰਸਟਿੰਗ ਜੀ ਗੱਲ ਆ ਅਤੇ ਉਹ ਮੈਨੂੰ ਕਹਿੰਦੇ ਕਿ ਜਦੋਂ ਅਸੀਂ ਵੱਡੇ ਹੋ ਰਹੇ ਸੀ ਅਤੇ ਮੈਂ ਹਮੇਸ਼ਾ ਹੀ ਸੋਚਿਆ ਸੀਗਾ ਕਿ ਮੈਂ ਆਪਣੇ ਮਾਂ ਬਾਪ ਵਰਗੇ ਮਾਂ ਬਾਪ ਨਹੀਂ ਬਣੂੰਗੀ ਮੈਂ ਆਪਣੇ ਬੱਚਿਆਂ ਲਈ ਵਧੀਆ ਇੱਕ ਮਾਂ ਬਣੂੰਗੀ ਵਧੀਆ ਪੇਰੈਂਟ ਬਣੂੰਗੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀਗੀ ਕਿ ਐਂਡ ਕਹਿੰਦੇ ਫਿਰ ਤੁਹਾਨੂੰ ਪਤਾ ਲੱਗਦਾ ਗਾ ਕਿ ਤੁਸੀਂ ਵੀ ਆਪਣੇ ਮਾਂ ਬਾਪ ਵਰਗੇ ਮਾਂ ਬਾਪ ਬਣ ਗਏ ਆ ਐਂਡ ਇਹ ਪਤਾ ਵੀ ਨਹੀਂ ਲੱਗਦਾ ਤੁਹਾਨੂੰ ਬਿਕਾਜ਼ ਇਟਸ ਟਰੂ ਜਿਹੜੀਆਂ ਚੀਜ਼ਾਂ ਅਸੀਂ ਸਿੱਖੀਆਂ ਨਹੀਂ ਆਪਾਂ ਨੂੰ ਇਹ ਤਾਂ ਪਤਾ ਗਾ ਕਿ ਅਸੀਂ ਆਪਣੇ ਮਾਂ ਬਾਪ ਵਰਗੇ ਨਹੀਂ ਬਣਨਾ ਚਾਹੁੰਦੇ ਜਾਂ ਜਿਹੜਾ ਰਿਸ਼ਤਾ ਸਨ ਪਰ ਸਾਨੂੰ ਦੂਸਰਾ ਟ੍ਰੇਨਿੰਗ ਮੈਥਡ ਸਿਖਾਇਆ ਵੀ ਤਾਂ ਨਹੀਂ ਨਾ ਜਾਂਦਾ ਪੈਰੈਂਟਿੰਗ ਦਾ ਸਾਨੂੰ ਦੂਸਰਾ ਤਰੀਕਾ ਟੈਕਨੀਕ ਸਿਖਾਇਆ ਵੀ ਤਾਂ ਨਹੀਂ ਨਾ ਜਾਂਦਾ। ਸੋ ਇਹ ਬੜਾ ਜ਼ਰੂਰੀ ਹੈ ਕਿ ਜਿਹੜਾ ਟੈਕਨੀਕ ਤੁਸੀਂ ਬਣਨਾ ਪਹਿਲਾਂ ਤਾਂ ਤੁਸੀਂ ਉਹਦੇ ਬਾਰੇ ਸਿੱਖੋ ਉਹਦੇ ਵਿੱਚ ਵਿਚਰੋ ਬਿਕਾਜ਼ ਸੌਖਾ ਨਹੀਂ ਜਿਹੜਾ ਅੱਜ ਵੀ ਟੈਕਨੀਕ ਮੈਂ ਤੁਹਾਨੂੰ ਦੱਸ ਦੇਵਾਂ ਇਹ ਸੌਖੀ ਜੀ ਚੀਜ਼ ਨਹੀਂ ਕਿ ਕੱਲ੍ਹ ਨੂੰ ਤੁਸੀਂ ਅਪਲਾਈ ਕਰ ਲਓ ਟਾਈਮ ਲੱਗਦਾ ਵਕਤ ਲੱਗਦਾ ਚੀਜ਼ਾਂ ਨੂੰ ਬਦਲਣ ਦੇ ਮਾਨਸਿਕ ਨੂੰ ਬਦਲਣ 'ਤੇ ਵਕਤ ਲੱਗਦਾ ਵਾ ਇੰਨਾ ਕੁਇਕ ਪ੍ਰੋਸੈਸ ਨਹੀਂ ਹੈਗੀ ਗੀ। ਸੋ ਜੀ ਹਾਂ ਹਾਂਜੀ ਸੋ ਜਿਹੜੀ ਕੁੱਟ ਐਂਡ ਮਾਰ ਇਹ ਸਾਡੇ ਕਲਚਰ ਦਾ ਬੜਾ ਹਿੱਸਾ ਰਹੀ ਆ ਐਂਡ ਮੋਸਟ ਆਫ ਦਾ ਕਲਾਇੰਟ ਜਦੋਂ ਮੈਂ ਡੋਮੈਸਟਿਕ ਵਾਇਲੈਂਸ ਦੇ ਵਿੱਚ ਵੀ ਕੰਮ ਕਰਦੀ ਹਾਂ ਕਹਿੰਦੇ ਕਿ ਸਾਡੇ ਮਾਪਿਆਂ ਨੇ ਸਾਡੇ ਨਾਲ ਤਾਂ ਕੀਤਾ ਅਤੇ ਅਸੀਂ ਤਾਂ ਠੀਕ ਨਿਕਲੇ ਹਾਂ ਸੋ ਸਾਨੂੰ ਤਾਂ ਆਪਣੇ ਆਪ 'ਚ ਕੋਈ ਨਹੀਂ ਗਲਤੀ ਬਿਕਾਜ਼ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਜਿਹੜੀ ਸਾਡੀ ਕੁੱਟ ਆ ਸਾਡੇ ਸਰੀਰ 'ਤੇ ਜਿਹੜੀ ਪੈਂਦੀ ਆ ਉਹ ਸਾਡੇ ਮਾਨਸਿਕ ਉਹ ਸਾਡੀ ਆਤਮ ਵਿਸ਼ਵਾਸ ਨੂੰ ਕੀ ਕਰਦੀ ਉਹ ਸਾਡੇ ਅੰਦਰ ਕੀ ਕਰਦੀ ਆ। ਬਾਹਰ ਤੁਹਾਨੂੰ ਲੱਗਦਾ ਸ਼ਾਇਦ ਉਸ ਇਨਸਾਨ ਦੀ ਲਾਈਫ ਉਹ ਬਹੁਤ ਵਧੀਆ ਕਮਾਉਂਦਾ ਹੋਊਗਾ ਬਹੁਤ ਪੈਸੇ ਕਮਾਉਂਦਾ ਹੋਊਗਾ ਉਹ ਵੱਡੀ ਕਾਰ ਦੇ ਵਿੱਚ ਜਾਂਦਾ ਹੋਊਗਾ ਵੱਡੇ ਘਰ ਦੇ ਵਿੱਚ ਰਹਿੰਦਾ ਹੋਊਗਾ ਪਰ ਉਹਦੇ ਮਨ ਦੇ ਵਿੱਚ ਕੀ ਆ ਉਹਦੀ ਮਾਨਸਿਕਤਾ ਦੇ ਵਿੱਚ ਕੀ ਆ ਉਹ ਰਿਸ਼ਤਿਆਂ ਦੇ ਵਿੱਚ ਕਿੰਨਾ ਸਫ਼ਰ ਕਰਦਾ ਇਹ ਚੀਜ਼ਾਂ ਅਸੀਂ ਇਹ ਚੀਜ਼ਾਂ ਅਸੀਂ ਦੇਖਣੀਆਂ ਭੁੱਲ ਜਾਂਦੇ ਹਾਂ ਜਦੋਂ ਅਸੀਂ ਕਿਸੇ ਦੀ ਕਾਮਯਾਬੀ ਡਿਸਕਰਾਈਬ ਕਰਦੇ ਹਾਂ। ਸੋ ਜੀ ਹਾਂ ਸੋ ਜਦੋਂ ਅਸੀਂ ਬੱਚੇ 'ਤੇ ਐਂਡ ਇੱਕ ਰੂਲ ਇੱਕ ਕਮਿਟਮੈਂਟ ਬਣਾਓ ਇਹ ਨੋ ਬਣਾਓ ਕਿ ਮੈਂ
ਕੋਈ ਮੈਂ ਆਪਣੇ ਬੱਚੇ ਦੇ ਸਰੀਰ ਨੂੰ ਕਦੇ ਹਰਟ ਨਹੀਂ ਕਰੂੰਗਾ, ਛੋਟਾ ਜਿਹਾ ਵੀ ਨਹੀਂ ਹਰਟ ਕਰੂੰਗਾ, ਬਿਕਾਜ਼ ਉਹ ਇੱਕ ਮਾਨਸਿਕ ਜ਼ਖਮ ਛੱਡਦਾ ਹੈ ਸਾਡੇ ਬੱਚੇ 'ਤੇ। ਸਾਡਾ ਬੱਚਾ ਇੱਕ ਵਾਇਲੈਂਸ ਸਿੱਖਦਾ ਵਾ, ਐਂਡ ਫਿਰ ਉਹ ਵਾਇਲੈਂਸ ਜਾਂ ਤਾਂ ਉਹ ਜਿਹੇ ਰਿਸ਼ਤਿਆਂ 'ਤੇ ਜਾਊਗਾ ਜਿੱਥੇ ਉਹਦੇ 'ਤੇ ਵਾਇਲੈਂਸ ਹੋ ਜਾਊਗਾ, ਉਹਨੂੰ ਨੋਰਮਲ ਸਮਝੂਗਾ, ਜਾਂ ਉਹ ਆਪ ਕਰਨ ਲੱਗ ਜਾਊਗਾ। ਪਰ ਇਹਨਾਂ ਦੋਨਾਂ ਕੇਸਿਸ ਦੇ ਵਿੱਚ ਅਸੀਂ ਚਾਹੁੰਦੇ ਨਹੀਂ, ਨਾ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਬਾਹਰ ਜਾਵੇ, ਨਾ ਤਾਂ ਇਹਦੇ 'ਤੇ ਵਾਇਲੈਂਸ ਹੋਵੇ ਅਤੇ ਨਾ ਇਹ ਕਰੇ। ਸੋ ਇਹ ਬੜਾ ਜ਼ਰੂਰੀ ਆ ਕਿ ਜਿਹੜਾ ਘਰ ਦਾ ਇਨਵਾਇਰਮੈਂਟ ਅਸੀਂ ਦਿੰਦੇ ਹਾਂ, ਅਸੀਂ ਆਪਣੇ ਘਰਾਂ ਦੇ ਵਿੱਚ ਰੂਲ ਬਣਾਈਏ ਕਿ ਇਸ ਘਰ ਦੇ ਵਿੱਚ ਕਿਸੇ ਦੇ ਸਰੀਰ 'ਤੇ ਕੋਈ ਜ਼ੁਲਮ ਨਹੀਂ ਹੋਊਗਾ, ਇਸ ਘਰ ਦੇ ਵਿੱਚ ਜਿਹੜੇ ਸਾਰੇ ਸਰੀਰ ਆ ਉਹ ਸੁਰੱਖਿਅਤ ਆ। ਇਹ ਇੱਕ ਬੜੀ ਸਟਰੋਂਗ ਕਮਿਟਮੈਂਟ ਬਣਾਓ, ਆਪਦੇ ਪਾਰਟਨਰ ਆਪਦੇ ਘਰ ਦੇ ਵਿੱਚ ਬੈਠ ਕੇ ਬਣਾਓ ਕਿ ਅਸੀਂ ਮੂੰਹਾਂ ਨਾਲ ਬੋਲ ਸਕਦੇ ਹਾਂ, ਪਰ ਅਸੀਂ ਆਪਣੇ ਆਪ 'ਚ ਸਟਰੋਂਗ ਕਮਿਟਮੈਂਟ ਕਰਦੇ ਹਾਂ ਕਿ ਇਸ ਘਰ ਦੇ ਵਿੱਚ ਹਰ ਇੱਕ ਦੇ ਸਰੀਰ ਠੀਕ ਰਹਿਣਗੇ, ਹਰ ਇੱਕ ਦੇ ਸਰੀਰ ਇੱਕ ਸੇਫ ਆ। ਐਂਡ ਤੁਸੀਂ ਦੇਖੋ ਕਿ ਇਹ ਜੇ ਸੇਫਟੀ ਅਸੀਂ ਪ੍ਰੋਵਾਈਡ ਕਰਨਗੇ, ਬਿਕਾਜ਼ ਨੋਰਮਲੀ ਕੀ ਹੁੰਦਾ ਸੀ, ਜਦੋਂ ਮੈਂ ਵੀ ਵੱਡੀ ਹੋ ਰਹੀ ਸੀ, ਮੈਂ ਵੇਖਿਆ ਸੀਗਾ ਕਿ ਆਪਣੇ ਪੇਰੈਂਟਸ ਨਾ ਆਪਾਂ ਨੂੰ ਸਪੈਂਕ ਕਰ ਦਿੰਦੇ ਸੀ, ਇੱਦਾਂ ਹਿੱਟ ਕਰ ਦਿੰਦੇ ਸੀ, ਬਾਅਦ ਵਿੱਚ ਉਹ ਗਿਲਟ ਮਹਿਸੂਸ ਕਰਨ ਲੱਗ ਜਾਂਦੇ ਸੀ, ਬਾਅਦ 'ਚ ਸਾਨੂੰ 10-10 ਜੱਫੀਆਂ ਪਾਉਣ ਲੱਗ ਜਾਂਦੇ ਸੀਗੇ। ਪਰ ਇਸ ਚੀਜ਼ ਦਾ ਕੋਈ ਇਲਾਜ ਨਹੀਂ ਜਦੋਂ ਅਸੀਂ ਇੱਕ ਸਰੀਰਕ ਸੱਟ ਦੇਤੀ ਹੋਵੇ ਆਪਦੇ ਬੱਚੇ ਨੂੰ, ਬਿਕਾਜ਼ ਉਹ ਸਰੀਰ ਦੇ ਸੱਟ ਤੱਕ ਨਹੀਂ ਰਹਿੰਦੀ, ਉਹ ਮਨ ਦੀ ਸੱਟ ਤੱਕ ਪਹੁੰਚ ਜਾਂਦੀ ਆ। ਜਦੋਂ ਸਾਨੂੰ ਕੋਈ ਕੁੱਟਦਾ ਨਾ, ਜਦੋਂ ਸਾਡੇ ਸਰੀਰ 'ਤੇ ਕੋਈ ਕੁੱਟ ਹੁੰਦੀ ਆ, ਤਾਂ ਅਸੀਂ ਆਪਦੇ ਆਪ ਤੋਂ ਸ਼ਰਮਿੰਦਾ ਹੁੰਦੇ, ਆਪਦੇ ਅੰਦਰ ਅਸੀਂ ਆਪਦੇ ਆਪ ਤੋਂ ਨਫ਼ਰਤ ਕਰਨ ਲੱਗ ਜਾਂਦੇ ਹਾਂ। ਸੋ ਜਦੋਂ ਵੀ ਤੁਸੀਂ ਆਪਣੇ ਬੱਚੇ 'ਤੇ ਇਹ ਟੈਕਨੀਕ ਅਪਲਾਈ ਕਰਦੇ ਨਾ, ਇਹ ਮਨ 'ਤੇ ਸੋਚਿਆ ਕਰੋ ਕਿ ਹੁਣ ਆਪਦੇ ਆਪ ਤੋਂ ਉਹ ਨਫ਼ਰਤ ਕਰਨ ਲੱਗ ਗਿਆ। ਐਂਡ ਤੁਸੀਂ ਦੇਖੋ ਕਿ ਜਿਹੜੀ ਆਪਦੇ ਆਪ ਤੋਂ ਨਫ਼ਰਤ, ਫੋਰ ਐਗਜ਼ਾਮਪਲ ਜਿਹੜੀ ਅਡਿਕਸ਼ਨ ਆ, ਨਸ਼ਾ ਕਰਦੇ ਆ, ਉਹ ਆਪਦੇ ਆਪ ਤੋਂ ਨਫ਼ਰਤ ਆ। ਜਿਹੜਾ ਡਿਪਰੈਸ਼ਨ ਆ, ਉਹ ਆਪਦੇ ਆਪ ਤੋਂ ਨਫ਼ਰਤ ਆ। ਉਹ ਸਾਰੀਆਂ ਸਾਨੂੰ ਆਪਣੇ ਆਪ ਦੇ ਵਿੱਚ ਨਫ਼ਰਤ ਕਰਨਾ, ਆਪਦੇ ਨਾਲ ਨਫ਼ਰਤ ਕਰਨਾ ਸਿਖਾਉਂਦਾ ਵਾ। ਸੋ ਸਭ ਤੋਂ ਜ਼ਿਆਦਾ ਸਾਡੇ ਨਾਬਾਲਗ, ਸਾਡੇ ਬੱਚੇ ਹੁੰਦੇ ਸਭ ਤੋਂ ਕਮਜ਼ੋਰ ਇਨਸਾਨ ਮੰਨੇ ਜਾਂਦੇ ਬੱਚੇ, ਸਭ ਤੋਂ ਕਮਜ਼ੋਰ, ਕਿਉਂਕਿ ਹੈਲਪਲੈਸ ਆ। ਉਹ ਇੱਕ ਘਰ ਦੇ ਵਿੱਚ ਰਹਿ ਰਹੇ, ਉੱਥੇ ਉਹਨਾਂ ਕੋਲ ਜ਼ੁਬਾਨ ਨਹੀਂ, ਉਹਨਾਂ ਕੋਲ ਇਹੋ ਜਿਹਾ ਇੱਕ ਤਰੀਕਾ ਨਹੀਂ ਕਿ ਜਿੱਥੇ ਉਹ ਸਟੈਂਡ ਅਪ ਕਰ ਸਕਣ ਆਪਦੇ ਵਾਸਤੇ, ਜਿੱਥੇ ਕਹਿ ਸਕਣ ਕਿ ਮੈਂ ਆਪਦੇ ਰਾਹ ਜਾਣਾ ਵਾ ਅਤੇ ਮੈਂ ਨਹੀਂ ਤੁਹਾਡੇ ਨਾਲ ਰਹਿਣਾ। ਇਸ ਕਰਕੇ ਉਹ ਲਾਚਾਰ ਅਤੇ ਮਜਬੂਰ ਮੰਨੇ ਜਾਂਦੇ ਆ। ਐਂਡ ਅਸੀਂ ਉਹਨਾਂ ਦਾ ਮਨ ਤਾਂ ਪੜ੍ਹ ਨਹੀਂ ਸਕਦੇ, ਕਿਉਂਕਿ ਅਸੀਂ ਉਸ ਡਿਵੈਲਪਮੈਂਟ, ਅਸੀਂ ਟ੍ਰੇਨਿੰਗ ਦੇ ਵਿੱਚੋਂ ਤਾਂ ਗਏ ਨਹੀਂ ਗੇ। ਸੋ ਇਸ ਕਰਕੇ ਅਸੀਂ ਉਹਨਾਂ ਨੂੰ ਆਪਦੇ ਤਰੀਕੇ ਨਾਲ ਬਦਲ ਕਰਕੇ, ਐਂਡ ਸਾਨੂੰ ਇਹ ਵੀ ਚਾਹੀਦਾ ਵੀ ਉਹ ਛੇਤੀ ਬਦਲ ਜਾਣ, ਛੇਤੀ ਉਹਨਾਂ ਨੂੰ ਇਹ ਚੀਜ਼ ਦਾ ਸਮਝ ਆ ਜਾਏ, ਛੇਤੀ ਉਹ ਚੀਜ਼ ਸਿੱਖ ਜਾਣ, ਅਤੇ ਫਿਰ ਅਸੀਂ ਸ਼ਾਇਦ ਇਸ ਫੋਰਸ ਦਾ, ਇਸ ਵਾਇਲੈਂਸ ਜਾਂ ਸਪੈਂਕਿੰਗ ਦਾ ਵੀ ਯੂਜ਼ ਕਰਦੇ ਹਾਂ। ਸੋ ਪਹਿਲਾਂ ਤਾਂ ਇਹ ਦੇਖੋ ਕਿ ਜਦੋਂ ਵੀ ਅਸੀਂ ਇਹ ਸਰੀਰਕ ਜ਼ਖਮ ਕਿਸੇ ਨੂੰ ਦਿੰਦੇ ਹਾਂ ਨਾ, ਉਸ ਦਿਨ ਹੀ ਇੱਕ ਕਹਿੰਦੇ ਹੁੰਦੇ ਇੱਕ ਵਾਇਲੈਂਟ ਇਨਸਾਨ ਦਾ ਜਨਮ ਹੋ ਜਾਂਦਾ। ਜਿਸ ਦਿਨ ਕਿਸੇ ਨੂੰ ਤੁਸੀਂ ਸਰੀਰ 'ਤੇ ਸੱਟ ਲਾਉਂਦੇ ਹੋ, ਉਸ ਦਿਨ ਹੀ ਉਹਦੇ ਮਾਨਸਿਕ ਅੰਦਰ ਦੇ ਵਿੱਚ ਇੱਕ ਵਾਇਲੈਂਸ ਉਹਦੇ ਵਿੱਚ ਜਨਮ ਹੋ ਜਾਂਦਾ ਵਾ, ਇੱਕ ਜ਼ੁਲਮ ਦਾ ਜਨਮ ਹੋ ਜਾਂਦਾ ਵਾ। ਕਈ ਕਿਤਾਬਾਂ ਦੇ ਵਿੱਚ, ਕਈ ਕਹਾਵਤਾਂ ਦੇ ਵਿੱਚ ਇਹ ਵੀ ਕਿਹਾ ਗਿਆ ਵਾ। ਸੋ ਇਹ ਬੜਾ ਜ਼ਰੂਰੀ ਆ ਕਿ ਇੱਕ ਜ਼ੁਲਮ ਨੂੰ ਜਨਮ ਦਿੰਦਾ ਵਾ, ਇੱਕ ਵਾਇਲੈਂਸ ਨੂੰ ਜਨਮ ਦਿੰਦਾ ਵਾ। ਅਸੀਂ ਆਪਣੇ ਬੱਚਿਆਂ 'ਤੇ, ਚਾਹੇ ਛੋਟਾ ਵੀ ਜਾਵੇ, ਕਈ ਵਾਰ ਲੋਕ ਇੱਦਾਂ ਵੀ ਕਹਿੰਦੇ ਆ ਕਿ ਛੋਟਾ ਜਿਹਾ ਇੰਨਾ ਕੀ ਕੀਤਾ ਸੀ, ਇਟ ਡਜ਼ਨਟ ਮੈਟਰ, ਚਾਹੇ ਇੰਨਾ ਕੁ ਕੀਤਾ। ਕਿਸੇ ਦੇ ਸਰੀਰ ਨੂੰ ਟੱਚ ਕਰਨਾ, ਅਗਰੈਸ਼ਨ ਦੇ ਵਿੱਚ, ਵਾਇਲੈਂਸ ਦੇ ਵਿੱਚ, ਐਂਗਰ ਦੇ ਵਿੱਚ ਟੱਚ ਕਰਨਾ, ਇਹ ਇੱਕ ਕਾਨੂੰਨ ਨਹੀਂ, ਇੱਕ ਲਾ ਨਹੀਂ ਹੈਗਾ ਗਾ। ਇਹ ਸਰਾਸਰ ਗਲਤ ਆ। ਇੱਕ ਮਾਨਸਿਕ ਐਂਡ ਸਰੀਰਕ ਸਿਹਤ ਵਾਸਤੇ ਦੋਨਾਂ ਨੂੰ ਕਮਜ਼ੋਰ ਕਰਦਾ ਵਾ। ਸੋ ਇਹ ਤਾਂ ਆਪਾਂ ਕਦੇ ਨਹੀਂ ਕਰਨਾ। ਇਹ ਇੱਕ ਆਪਣੀ ਪੈਰੈਂਟਿੰਗ ਦਾ ਰੂਲ ਬਣਾਵੋ, ਬਿਕਾਜ਼ ਆਪਣਾ ਜਿਹੜਾ ਪਿੱਛੇ ਇੰਡੀਆ ਦਾ ਕਲਚਰ ਆ, ਬਹੁਤ ਲੋਕੀ ਆਪਣੇ ਟਰਾਮਾਟਾਈਜ਼ਡ ਹੋਏ ਆ ਇਸ ਚੀਜ਼ ਕਰਕੇ ਕਿ ਸਾਡੀ ਜਿਹੜੀ ਕੁੱਟ ਪੈਂਦੀ ਹੁੰਦੀ ਸੀ, ਸਾਨੂੰ ਜਿਹੜੀ ਸਪੈਂਕਿੰਗ ਹੁੰਦੀ ਸੀਗੀ। ਸੋ ਇਹ ਇੱਕ ਆਪਣੇ ਘਰ ਦਾ ਬੜਾ ਸਟਰੋਂਗ ਰੂਲ ਬਣਾਓ ਕਿ ਸਾਡੇ ਘਰ ਦੇ ਵਿੱਚ ਇਹ ਤਾਂ ਇੱਕ ਚੀਜ਼ ਕਦੇ ਨਹੀਂ ਹੋਊਗੀ, ਇਹ ਤਾਂ ਇੱਕ ਚੀਜ਼ ਕਦੇ ਨਹੀਂ ਹੋਊਗੀ ਕਿ ਇੱਕ ਇਨਸਾਨ ਦੂਸਰੇ ਇਨਸਾਨ ਨੂੰ, ਇੱਕ ਸਰੀਰ ਦੂਸਰੇ ਸਰੀਰ ਨੂੰ ਸਰੀਰਕ ਤੌਰ 'ਤੇ ਤਾਂ ਹਰਟ ਕਦੇ ਨਹੀਂ ਕਰੂਗਾ, ਬਿਕਾਜ਼ ਇਹ ਇੱਕ ਮਾਨਸਿਕ ਜ਼ਖਮ ਬਣਦੇ ਆ। ਐਂਡ ਉਹ ਜ਼ਖਮ ਜਦੋਂ ਅਸੀਂ 25-25, 30-30 ਸਾਲਾਂ ਦੇ ਵੀ ਹੋ ਜਾਂਦੇ ਆ, ਬੁੱਢੇ ਵੀ ਹੋ ਜਾਂਦੇ ਆ, ਤਾਂ ਵੀ ਉਹ ਜ਼ਖਮ ਸਾਨੂੰ ਛੱਡਦੇ ਨਹੀਂ। ਜਿਵੇਂ ਤੁਸੀਂ ਅੱਜ ਵੀ ਵੇਖਿਆ ਹੋਊਗਾ ਕਿ ਕਿੰਨੇ ਲੋਕ ਉਮਰ 'ਚ ਵੱਡੇ ਹੋ ਜਾਣ, ਪਰ ਉਹ ਹਜੇ ਵੀ ਰੋ ਪੈਂਦੇ ਆਪਦਾ ਪਿਛਲਾ ਟਾਈਮ, ਬਿਕਾਜ਼ ਜਦੋਂ ਅਸੀਂ ਆਪਦੇ ਤੇ ਇਹ ਜ਼ੁਲਮ ਸਹਿੰਦੇ ਹਾਂ ਨਾ, ਅਸੀਂ ਆਪਦੇ ਤੋਂ ਵੀ ਨਫ਼ਰਤ ਕਰਨਾ ਸਿੱਖਦੇ, ਅਸੀਂ ਦੂਸਰੇ ਇਨਸਾਨਾਂ ਤੋਂ ਵੀ ਨਫ਼ਰਤ ਕਰਨਾ ਸਿੱਖਦੇ ਹਾਂ। ਕਿਸੇ ਨੇ ਰਿਸਰਚ ਆ, ਸਾਇੰਸ ਆ, ਕਿਸੇ ਵੀ ਔਨਲਾਈਨ ਤੁਸੀਂ ਜਾ ਕੇ ਰਿਸਰਚ ਪੜ੍ਹ ਲਵੋ, ਕਿਤੇ ਵੀ ਪੜ੍ਹ ਲਓ, ਕਦੇ ਵੀ ਕਿਸੇ ਨੂੰ ਸਰੀਰਕ ਪਨਿਸ਼ਮੈਂਟ ਦੇ ਕੇ
ਕਿਤੇ ਦਾ ਭਲਾ ਨਹੀਂ ਹੋਇਆ। ਸਰੀਰਕ ਪਨਿਸ਼ਮੈਂਟ ਦੇ ਕੇ ਕਿਸੇ ਨੂੰ ਅਸੀਂ ਸਿਖਾ ਨਹੀਂ ਸਕੇ। ਹਾਂ, ਸਿਚੁਏਸ਼ਨ ਅਸੀਂ ਜ਼ਰੂਰ ਨਮ ਜ਼ਰੂਰ ਕੀਤੀ, ਉਦੋਂ ਸਾਨੂੰ ਲੱਗਦਾ ਕਿ ਲੈ ਮੈਂ ਤਾਂ ਆਪਣੇ ਬੱਚੇ ਨੂੰ ਇੱਦਾਂ ਕਰਤਾ ਅਤੇ ਹੁਣ ਤਾਂ ਉਹ ਸਿੱਖ ਗਿਆ, ਜ਼ਰੂਰ ਉਸ ਟਾਈਮ 'ਤੇ ਤੁਹਾਨੂੰ ਜ਼ਰੂਰ ਲੱਗਦੂ, ਪਰ ਲੰਮੇ ਟਰਮ 'ਤੇ ਲੰਮੇ ਸਮੇਂ ਤੱਕ ਤੁਸੀਂ ਉਸ ਬੱਚੇ 'ਤੇ ਜਿਹੜਾ ਮਾਨਸਿਕ ਜ਼ਖਮ ਦੇਤਾ, ਜਿਹੜਾ ਕਿ ਪਤਾ ਨਹੀਂ ਉਹਨੂੰ ਕਿੰਨੇ ਸਾਲ ਲੱਗ ਜਾਣੇ ਉਹ ਮਨ ਦੇ ਵਿੱਚੋਂ ਜ਼ਖਮ ਲੈਣ ਵਾਸਤੇ। ਇਸ ਕਰਕੇ ਫੋਰ ਐਗਜ਼ਾਮਪਲ ਕਦੇ ਆਪਾਂ ਆਪਦੇ ਪਾਰਟਨਰ ਨੂੰ ਕਿਹਾ ਵਾ ਕਿ ਜਾਂ ਆਪਦੇ ਹਸਬੈਂਡ ਨੂੰ ਜਾਂ ਆਪਦੇ ਵਾਈਫ ਨੂੰ ਕਿ ਇਹ ਮੇਰੀ ਗੱਲ ਨਹੀਂ ਸੁਣਦਾ, ਪਿਆਰ ਤਾਂ ਮੈਂ ਬਹੁਤ ਕਰਦਾ ਪਰ ਥੋੜ੍ਹਾ ਜਿਹਾ ਇਹਨੂੰ ਸਰੀਰਕ ਧੱਕਾ ਦੇ ਕੇ ਅਤੇ ਮੈਨੂੰ ਜ਼ਿਆਦਾ ਪਿਆਰ ਕਰਨ ਲੱਗ ਜਾਓ। ਕਦੇ ਨਹੀਂ ਹੁੰਦਾ। ਲੋਕ ਜਦੋਂ ਸਰੀਰਕ ਪਨਿਸ਼ਮੈਂਟ ਤੁਸੀਂ ਦਿੰਦੇ ਆ, ਕਦੇ ਤੁਹਾਡੇ ਰਿਸ਼ਤੇ ਬੈਟਰ ਨਹੀਂ ਹੁੰਦੇ, ਚਾਹੇ ਉਹ ਤੁਹਾਡਾ ਬੱਚਾ ਹੋਵੇ, ਚਾਹੇ ਉਹ ਤੁਹਾਡਾ ਪਾਰਟਨਰ ਹੋਵੇ, ਚਾਹੇ ਉਹ ਕੋਈ ਵੀ ਹੋਰ ਰਿਸ਼ਤਾ ਹੋਵੇ। ਸੋ ਇਹ ਬੜਾ ਜ਼ਰੂਰੀ ਹੈ ਕਿ ਜਦੋਂ ਅਸੀਂ ਸਰੀਰ ਐਂਡ ਸਾਡੇ ਵਿੱਚ ਇਹ ਨਹੀਂ ਹੈਗਾ ਗਾ ਕਿ ਤੁਸੀਂ ਜਾਣ ਕੇ ਕਰਦੇ ਹੋ ਜਾਂ ਆਪਾਂ ਇਹ ਆਟੋਮੈਟਿਕ ਸਾਡੇ ਦਿਮਾਗ 'ਚ ਫਸਿਆ ਪਿਆ। ਇਹ ਆਟੋਮੈਟਿਕ ਕਈ ਵਾਰ ਤੁਸੀਂ ਦੇਖੋ ਕਿ ਸਾਡੇ ਕਲਚਰ 'ਚ ਕਈ ਵਾਰ ਬਹੁਤ ਆਉਂਦੀ ਹੈ ਕੰਪਲੇਨ ਵੀ ਬੱਚੇ ਕੁੱਟਦੇ ਆ, ਬੱਚੇ ਮਾਰਦੇ ਆ ਕਿਸੇ ਨੂੰ, ਬੱਚੇ ਦੂਜੇ ਬੱਚਿਆਂ ਨੂੰ ਮਾਰਦੇ ਆ। ਬਿਕਾਜ਼ ਜ਼ਰੂਰੀ ਨਹੀਂ, ਹੋ ਸਕਦਾ ਕਈ ਵਾਰ ਬੱਚੇ ਦੂਜੂ ਵੀ ਬਿਨਾਂ ਦੇਖੇ ਤੋਂ ਵੀ ਮਾਰ ਸਕਦੇ ਆ ਵਾਇਲੈਂਸ, ਪਰ ਸਾਨੂੰ ਇਸ ਚੀਜ਼ 'ਤੇ ਰਿਫਲੈਕਟ ਕਰੋ, ਮੇਰੇ ਘਰ ਦੇ ਵਿੱਚ ਕਦੇ ਇਹ ਚੀਜ਼ ਮੈਂ ਤਾਂ ਨਹੀਂ ਦੁਹਰਾਈਗੀ ਆਪਦੇ ਬੱਚੇ 'ਤੇ, ਕਦੇ ਇਹ ਚੀਜ਼ ਮੇਰੇ ਤੋਂ ਮਾਡਲ ਤਾਂ ਨਹੀਂ ਹੋਏਗੀ ਕਿ ਕਿਤੇ ਮੇਰੇ ਬੱਚੇ ਨੇ ਇਹ ਸਿੱਖ ਲਿਆ ਕਿ ਮਾਰਨਾ ਇੱਕ ਨੂੰ ਅਲਾਊਡ ਆ, ਮਾਰ ਸਕਦੇ ਅਸੀਂ ਇੱਦਾਂ ਹਿੱਟ ਕਰ ਸਕਦੇ ਹਾਂ ਕਿਸੇ ਨੂੰ। ਸੋ ਆਪਦੀ ਪੈਰੈਂਟਿੰਗ 'ਤੇ ਰਿਫਲੈਕਟ ਕਰਕੇ ਦੇਖਿਓ ਕਿ ਕਿਤੇ ਮੇਰੀ ਪੈਰੈਂਟਿੰਗ ਦੇ ਵਿੱਚ ਆਇਆ ਤਾਂ ਨਹੀਂ ਗਾ। ਐਂਡ ਜੇ ਫਿਰ ਵੀ ਤੁਹਾਨੂੰ ਲੱਗਦਾ ਗਾ ਕਿ ਤੁਸੀਂ ਇਸ ਘਰ ਦੇ ਵਿੱਚ ਰੂਲ ਨਹੀਂ ਵਰਤਿਆ ਐਂਡ ਫਿਰ ਵੀ ਤੁਹਾਡਾ ਬੱਚਾ, ਕਿਉਂਕਿ ਕਈ ਵਾਰ ਬੱਚੇ ਫਰਸਟ੍ਰੇਟਡ ਡਿਸਅਪੁਆਇੰਟਮੈਂਟ ਦੇ ਵਿੱਚ ਹਿੱਟ ਕਰ ਦਿੰਦੇ ਆ, ਉਦੋਂ ਤੁਹਾਡਾ ਟੀਚਿੰਗ ਮੋਮੈਂਟ ਆ ਐਂਡ ਉਦੋਂ ਇਹ ਟੀਚਿੰਗ ਮੋਮੈਂਟ ਬਣ ਜਾਂਦਾ। ਐਂਡ ਜੇ ਤੁਸੀਂ ਇਸ ਟੀਚਿੰਗ ਮੋਮੈਂਟ ਨੂੰ ਇੱਕ ਐਜੂਕੇਸ਼ਨ ਦੀ ਤਰ੍ਹਾਂ ਆਪਦੇ ਬੱਚੇ ਨੂੰ ਵਰਤੋ ਕਿ ਆਪਾਂ ਆਪਦੇ ਘਰ ਦੇ ਵਿੱਚ ਕਦੇ ਇੱਕ ਸਰੀਰ ਦੂਸਰੇ ਸਰੀਰ ਨੂੰ ਹਰਟ ਨਹੀਂ ਕਰਦਾ। ਤੁਸੀਂ ਆਪਦੇ ਫਾਦਰ ਨੂੰ ਦੇਖਿਆ ਕਦੇ ਇੱਕ ਸਰੀਰ ਦੂਸਰੇ ਹਰਟ ਕਰਦਾ? ਕਦੇ ਤੁਸੀਂ ਆਪਦੀ ਮਦਰ ਨੂੰ ਦੇਖਿਆ ਵਾ? ਕਦੇ ਤੁਸੀਂ ਕਿਸੇ ਹੋਰ ਨੂੰ ਦੇਖਿਆ? ਇਸ ਕਰਕੇ ਇਹ ਚੀਜ਼ ਆਪਣੇ ਘਰ ਦੇ ਵਿੱਚ ਅਲਾਊਡ ਨਹੀਂ ਹੈਗੀ ਕਿ ਇੰਡੀਆ ਦੇ ਵਿੱਚ ਬੈਕ ਸਾਨੂੰ ਲੱਗਦਾ ਸੀਗਾ ਜਿਹੜੀ ਕੰਡੀਸ਼ਨਿੰਗ, ਕਲਚਰ ਕੰਡੀਸ਼ਨਿੰਗ, ਕਿ ਇੱਕ ਹੀ ਤਰੀਕਾ ਬੱਚੇ ਨੂੰ ਰੋਕਣ ਦਾ, ਇਹਨੂੰ ਬਸ ਇੱਦਾਂ ਹਿੱਟ ਕਰ ਦਿਓ ਅਤੇ ਰੁਕ ਜੂਗਾ। ਪਰ ਅੱਜ ਸਾਨੂੰ ਸਾਇੰਸ, ਸਾਈਕੋਲੋਜੀਕਲ ਜਿਹੜੀਆਂ ਮਨੋਵਿਗਿਆਨ ਸਾਨੂੰ ਦੱਸਦਾ ਕਿਸ ਤਰੀਕੇ ਨਾਲ ਸਾਡੇ ਬੱਚੇ ਨਹੀਂ ਬਦਲਦੇ, ਸਮਾਂ ਹੋਰ ਮਾਨਸਿਕ ਜ਼ਖਮ ਉਹਨਾਂ ਦੇ ਉੱਤੇ ਵੱਧਦੇ ਆ। ਸੋ ਇਹ ਬੜਾ ਜ਼ਰੂਰੀ ਹੈ ਕਿ ਆਪਦੇ ਕਲਚਰ ਦੀ ਕੰਡੀਸ਼ਨਿੰਗ ਨੂੰ ਪਛਾਣਨਾ, ਇਹ ਪਛਾਣਨਾ ਕਿ ਮੇਰੇ ਨਾਲ ਹੋਇਆ ਵਾ ਪਰ ਮੈਂ ਨਹੀਂ ਗਾਂਹ ਪਾਉਣਾ। ਇਹ ਇਹ ਲੱਗਦਾ ਸੌਖਾ ਜਿਹਾ ਕਹਿਣਾ, ਪਰ ਇਹ ਬਹੁਤ ਔਖਾ ਵਾ, ਬਿਕਾਜ਼ ਜਿਹੜੀਆਂ ਚੀਜ਼ਾਂ ਸਾਡੇ ਨਾਲ ਹੋਈਆਂ ਉਹ ਸਾਡੇ ਰੀਲ 'ਤੇ ਉੱਤੇ ਚੜ੍ਹੀਆਂ ਹੋਈਆਂ ਐਂਡ ਉਹ ਸਾਡੇ ਆਪਦੇ ਆਪ ਹੀ ਸਾਡੇ ਤੋਂ ਹੋ ਜਾਂਦੀਆਂ ਵਾ, ਸਾਨੂੰ ਪਤਾ ਵੀ ਨਹੀਂ ਲੱਗਦਾ ਗਾ। ਸੋ ਇਸ ਚੀਜ਼ ਦੀ ਅਵੇਅਰਨੈਸ ਹੋਣੀ ਕਿ ਸਾਨੂੰ ਇਸ ਚੀਜ਼ ਦੀ ਅਵੇਅਰਨੈਸ ਹੋਣੀ ਕਿ ਸਾਡੇ ਨਾਲ ਹੋਇਆ ਪਰ ਅਸੀਂ ਨਹੀਂ ਇਹ ਕਰ ਸਕਦੇ ਗਾ। ਐਂਡ ਤੁਸੀਂ ਦੇਖੋ ਕਿ ਟੀਚਰ ਕਦੇ ਕੋਈ ਟੀਚਰ ਤੁਸੀਂ ਆਮ ਦੇਖੋ, ਤੁਸੀਂ ਕਈ ਵਾਰ ਜਦੋਂ ਇੰਡੀਆ ਦੇ ਵਿੱਚ ਤੁਹਾਡੇ ਟੀਚਰਸ ਵੀ ਸੀ ਜਿਹੜੇ ਕੁੱਟਦੇ ਹੁੰਦੇ ਸੀ, ਤੁਸੀਂ ਕਦੇ ਉਹਨਾਂ ਦੀ ਸਕੂਲ ਕਲਾਸ 'ਚ ਜਾਣਾ ਚਾਹੁੰਦੇ ਸੀ? ਨਹੀਂ ਜਾਣਾ ਚਾਹੁੰਦੇ ਸੀਗੇ। ਅਤੇ ਐਂਡ ਪੇਰੈਂਟਸ ਵੀ ਕਦੇ ਤੁਸੀਂ ਪੇਰੈਂਟਸ ਨਾਲ ਉਸ ਪੇਰੈਂਟ ਨਾਲ ਇਕੱਲੇ ਸਮਾਂ ਨਹੀਂ ਗੁਜ਼ਾਰਨਾ ਚਾਹੁੰਦੇ ਸੀਗੇ, ਬਿਕਾਜ਼ ਬੱਚੇ ਬੜੇ ਕਨਫਿਊਜ਼ ਹੋ ਜਾਂਦੇ। ਇੱਕ ਬੜੀ ਕਨਫਿਊਜ਼ਨ ਸਟੇਟ ਆ। ਇੱਕ ਟਾਈਮ ਤਾਂ ਤੁਸੀਂ ਉਹਨਾਂ ਨੂੰ ਹਿੱਟ ਕਰਤਾ, ਦੂਸਰੇ ਟਾਈਮ ਤੁਸੀਂ ਉਹਨੂੰ ਜੱਫੀ ਪਾਉਣ ਲੱਗ ਗਏ। ਉਹ ਕਨਫਿਊਜ਼ਡ ਹੋ ਜਾਂਦੇ ਆ ਵੀ ਤੁਸੀਂ ਮੈਨੂੰ ਸੁਰੱਖਿਅਤ ਕਰਦੇ ਆ ਜਾਂ ਤੁਸੀਂ ਮੈਨੂੰ ਅਨਸੁਰੱਖਿਅਤ ਕਰਦੇ ਆ। ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹਨਾਂ ਦੋ ਸਿਚੁਏਸ਼ਨਸ। ਆਪਣੇ ਬੱਚੇ ਦਾ ਲੈਵਲ ਆਫ ਲੌਜਿਕ ਸਮਝੋ। 3 ਸਾਲ ਦਾ 2 ਸਾਲ ਦਾ ਬੱਚਾ ਤੁਹਾਨੂੰ ਸ਼ਬਦਾਂ ਨਾਲ ਨਹੀਂ ਦੱਸ ਸਕਦਾ, ਉਹਨੂੰ ਨਹੀਂ ਤੁਸੀਂ ਸਮਝਾ ਸਕਦੇਗੇ ਕਿ ਮੈਂ ਤੇਰੀ ਮਦਰ ਆ, ਇਟਸ ਓਕੇ। ਕਈ ਵਾਰ ਮੈਨੂੰ ਐਂਗਰ ਦੇ ਵਿੱਚ, ਕਈ ਵਾਰ ਮੈਨੂੰ ਟ੍ਰਿਗਰ ਦੇ ਵਿੱਚ ਮੈਂ ਇੱਦਾਂ ਹੋ ਜਾਂਦਾ ਵਾ, ਉਹਨੂੰ ਨਹੀਂ ਤੁਸੀਂ ਸਮਝਾ ਸਕਦੇ। ਉਹਦੇ 'ਤੇ ਕੀਤਾ ਹੋਇਆ ਸਰੀਰਕ ਜ਼ਖਮ ਉਹਨੂੰ ਲੱਗੂਗਾ ਕਿ ਮੈਂ ਆਪਦੇ ਆਪ 'ਚ ਇੱਕ ਬੁਰੀ ਚੀਜ਼ ਆ। ਜਦੋਂ ਸਾਨੂੰ ਵੀ ਜਿਹੜਾ ਕੁੱਟ ਮਾਰਦਾ ਉਹ ਵੀ ਮਾਨਸਿਕ ਤਣਾਅ 'ਚ ਗੁਜ਼ਰਦਾ, ਜਿਹੜਾ ਖਾਂਦਾ ਉਹ ਵੀ ਮਾਨਸਿਕ ਤਣਾਅ ਦੇ ਵਿੱਚ ਗੁਜ਼ਰਦਾ। ਸੋ ਦੋਨੇ ਹੀ ਮਾਨਸਿਕ ਤਣਾਅ ਦੇ ਵਿੱਚ ਗੁਜ਼ਰਦੇ ਆ। ਸੋ ਇੱਕ ਤਾਂ ਇਹ ਸਾਡੇ ਬੱਚਿਆਂ ਨੂੰ ਸ਼ੇਮ ਕਰਦਾ, ਇੱਕ ਇਹ ਬੱਚਿਆਂ ਨੂੰ ਸਾਡੇ ਨੂੰ ਵੱਡੀ ਕਨਫਿਊਜ਼ਨ 'ਚ ਪਾਉਂਦਾ ਵੀ ਕੀ ਇਹ ਮਾਪਾ ਮੈਨੂੰ ਪਿਆਰ ਕਰਦਾ ਜਾਂ ਨਹੀਂ ਕਰਦਾ। ਕਿਉਂਕਿ ਛੋਟੇ ਬੱਚਿਆਂ ਦੇ ਜਿਹੜਾ ਲੈਵਲ ਆਫ ਲੌਜਿਕ ਹੁੰਦਾ ਨਾ, ਉਹ ਇਹ ਨਹੀਂ ਸਮਝ ਸਕਦੇ ਕਿ ਇਹ ਮੇਰਾ ਮਾਪਾ ਹੈ ਤਾਂ ਦੁਨੀਆ ਤੋਂ ਸਭ ਤੋਂ ਜ਼ਿਆਦਾ ਮੈਨੂੰ ਪਿਆਰ ਕਰਦਾ, ਭਾਵੇਂ ਮੈਨੂੰ ਕੁਝ ਕਹਿ ਵੀ ਦੇਵੇ, ਕੁਝ ਕਰ ਵੀ ਦੇਵੇ, ਤਾਂ ਵੀ ਮੈਨੂੰ ਕਰਦਾ। ਉਹਨਾਂ ਕੋਲ ਇੰਨਾ ਲੌਜਿਕ ਤੇ ਲੈਵਲ ਨਹੀਂ ਹੁੰਦਾ ਗਾ। ਉਹ ਉਹਨਾਂ ਦੀ ਸਾਈਕੋਲੋਜੀ ਦੇ ਵਿੱਚ, ਉਹਨਾਂ ਦੀ ਮਾਨਸਿਕਤਾ ਦੇ ਵਿੱਚ ਵਸ ਜਾਂਦਾ ਵਾ ਕਿ ਇਹ ਇਨਸਾਨ ਨਾ ਤਾਂ ਮੈਨੂੰ ਇਹਦਾ ਪਤਾ ਲੱਗਦਾ ਵੀ ਇਹ ਮੈਨੂੰ ਪਿਆਰ ਕਰਦਾ, ਨਾ ਮੈਨੂੰ ਇਹ ਪਤਾ ਲੱਗਦਾ ਵੀ ਇਹ ਮੈਨੂੰ ਨਹੀਂ ਪਿਆਰ ਕਰਦਾ, ਬਿਕਾਜ਼ ਇਹ ਕਿਹੜੇ ਟਾਈਮ 'ਤੇ ਕਿਹੜੀ ਚੀਜ਼ ਵੱਲ ਚਲਾ ਜਾਵੇ ਉਹਦਾ ਤਾਂ ਮੈਨੂੰ ਵੀ ਨਹੀਂ ਪਤਾ। ਐਂਡ ਇਹੋ ਜਿਹੀ ਕਨਫਿਊਜ਼ਨ ਸਟੇਟ ਦੇ ਵਿੱਚ, ਇਹੋ ਜਿਹੀ ਕਨਫਿਊਜ਼ਡ ਸਟੇਟ ਆਫ ਮਾਈਂਡ ਦੇ ਵਿੱਚ ਇੱਕ ਬੱਚੇ ਲਈ ਰਹਿਣਾ, ਤੁਸੀਂ ਦੇਖੋ ਵੀ ਕਿੱਡਾ ਵੱਡਾ ਤਣਾਅ ਭਰਿਆ ਹੋ ਸਕਦਾ। ਐਂਡ ਸਾਡੇ ਜ਼ਿੰਦਗੀ ਦੇ ਅਰਲੀ ਐਕਸਪੀਰੀਅੰਸ, ਸਾਡੇ ਜ਼ਿੰਦਗੀ ਦੇ ਇਸ ਧਰਤੀ 'ਤੇ ਜਿਹੜੇ ਸਾਡੇ ਸਭ ਤੋਂ ਪਹਿਲਾਂ ਦੇ ਐਕਸਪੀਰੀਅੰਸ, ਉਹ ਸਾਡੀ ਜ਼ਿੰਦਗੀ ਸਾਰੀ ਉਮਰ ਸਾਡੇ ਨਾਲ ਚੱਲਦੇ ਆ।
ਬਹੁਤ ਚੀਜ਼ਾਂ ਸ਼ਾਇਦ ਤੁਹਾਨੂੰ ਯਾਦ ਨਹੀਂ ਹੋਣੀਆਂ ਕਿ ਫਲਾਣੇ ਟਾਈਮ ਤੁਹਾਡੇ ਪੇਰੈਂਟਸ ਨੇ ਤੁਹਾਡੇ ਨਾਲ ਕੀ ਕੀਤਾ ਸੀ ਫਲਾਣੇ ਟਾਈਮ 'ਤੇ, ਪਰ ਤੁਹਾਨੂੰ ਆਦਤਾਂ, ਤੁਹਾਡੀ ਸਾਈਕੋਲੋਜੀ, ਤੁਸੀਂ ਆਪਦੇ ਬੱਚੇ ਨਾਲ ਕਿਵੇਂ ਗੱਲ ਕਰਦੇ ਹੋ, ਆਪਦੇ ਹਸਬੈਂਡ ਨਾਲ ਕਿਵੇਂ ਗੱਲ ਕਰਦੇ ਹੋ, ਸਟਰੈਸ ਦੇ ਵਿੱਚ ਕਿਵੇਂ ਰਹਿੰਦੇ ਹੋ, ਉਦੋਂ ਤੁਹਾਨੂੰ ਪਤਾ, ਉਦੋਂ ਆਪਦੇ ਆਪ ਨੂੰ ਵਾਚ ਕਰਿਆ ਕਰੋ ਵੀ ਆਦਤਾਂ ਕਿਵੇਂ ਆਉਂਦੀਆਂ ਵਾ। ਇਹ ਮੇਰੇ ਵਿੱਚੋਂ, ਮੈਂ ਤਾਂ ਸੋਚ ਕੇ ਨਹੀਂ ਕਰਦੀ, ਮੈਂ ਤਾਂ ਸੋਚ ਕੇ ਨਹੀਂ ਆਪਦੇ ਬੱਚੇ 'ਤੇ ਯੈਲ ਕਰਦੀ, ਮੈਂ ਤਾਂ ਸੋਚ ਕੇ ਨਹੀਂ ਆਪਦੇ ਪਾਰਟਨਰ 'ਤੇ ਯੈਲ ਕਰਦੀ, ਇਹ ਕਿਵੇਂ ਆ ਜਾਂਦੀਆਂ ਵਾ? ਇਹ ਸਾਰੀਆਂ ਬਿਕਾਜ਼ ਸਾਡੇ ਬਚਪਨ ਦੇ ਵਿੱਚ ਸਾਡੇ ਨਾਲ ਹੋਈਆਂ ਬੀਤੀਆਂ ਚੀਜ਼ਾਂ ਵਾ ਜਿਹੜੀਆਂ ਸਾਨੂੰ ਬਾਰ-ਬਾਰ ਦੇਖਣ ਨੂੰ ਮਿਲਦੀਆਂ ਆਪਦੀ ਜ਼ਿੰਦਗੀ ਦੇ ਵਿੱਚ। ਸੋ ਇਹ ਬੜਾ ਜ਼ਰੂਰੀ ਹੈ ਕਿ ਸਾਡੇ ਜਿਹੜੇ ਜ਼ਿੰਦਗੀ ਦੇ ਅਰਲੀ ਐਕਸਪੀਰੀਅੰਸਿਸ ਹੋਣ, ਸਾਡੇ ਜ਼ਿੰਦਗੀ ਦੇ ਨੋਰਮਲੀ ਤੁਸੀਂ ਜਿਵੇਂ ਤੁਹਾਡੇ ਘਰੇ ਪਹਿਲੀ ਵਾਰ ਕੋਈ ਇਨਸਾਨ ਆਇਆ ਵਾ ਅਤੇ ਪਹਿਲੀ ਵਾਰ ਤੁਸੀਂ ਉਹਨੂੰ ਕਿਵੇਂ ਟਰੀਟ ਕਰਦੇ ਹੋ, ਸਾਰੀ ਉਮਰ ਯਾਦ ਰੱਖਦਾ ਵਾ, ਰਾਈਟ। ਸੋ ਪਹਿਲੀ ਵਾਰ ਤੁਸੀਂ ਉਹਦਾ ਐਕਸਪੀਰੀਅੰਸ ਕੀ ਸੀ। ਸੋ ਇੱਦਾਂ ਹੀ ਜਦੋਂ ਅਸੀਂ ਇਸ ਧਰਤੀ 'ਤੇ ਆਉਂਦੇ ਹਾਂ, ਸਾਡੇ ਪਹਿਲੇ ਸਾਲ ਕਿੱਦਾਂ ਦੇ ਸੀ, ਸ਼ਾਇਦ ਸਾਨੂੰ ਸ਼ਬਦਾਂ ਦੇ ਵਿੱਚ ਉਹ ਯਾਦ ਨਾ ਰਹਿਣ, ਪਰ ਇੱਥੇ ਉਹ ਸਾਡੇ ਦਿਮਾਗ ਫਸ ਜਾਂਦੇ ਆ। ਛੋਟਾ ਜਿਹਾ ਬੱਚਾ ਵੀ ਨਾ ਜਦੋਂ ਤੁਸੀਂ ਦੇਖ ਲਓ ਵੀ ਉਹ ਕਿਹੜੀ ਚੀਜ਼ ਤੋਂ ਉਹਨੂੰ ਗਰਮ 'ਤੇ ਹੱਥ ਲੱਗ ਜਾਵੇ ਜਾਂ ਉਹ ਪਾਣੀ ਤੋਂ ਉਹਨੂੰ ਡਰਨ ਲੱਗ ਜਾਵੇ, ਉਹ ਬੱਚਾ ਡਰਨ ਲੱਗ ਜਾਂਦਾ ਵਾ, ਚਾਹੇ ਉਹ ਬਹੁਤ ਛੋਟਾ ਹੁੰਦਾ, ਉਹਨੂੰ ਸ਼ਬਦਾਂ 'ਚ ਨਹੀਂ ਕਹਿਣਾ ਹੁੰਦਾ ਮੈਨੂੰ ਇਹ ਚੀਜ਼ ਤੋਂ ਕਿਉਂ ਡਰ ਲੱਗਦਾ। ਕਈ ਇਨਸਾਨਾਂ ਤੋਂ ਵੀ ਡਰਨ ਲੱਗ ਜਾਂਦੇ, ਬੱਚੇ ਨਹੀਂ ਜਾਂਦੇ ਰਿਸ਼ਤੇਦਾਰਾਂ ਦੇ ਕੋਲੇ। ਸੋ ਇਹ ਬੜਾ ਜ਼ਰੂਰੀ ਹੈ ਕਿ ਉਹ ਜਿਹੜੇ ਐਕਸਪੀਰੀਅੰਸ ਸਾਡੇ ਮੁੱਢਲੇ ਐਕਸਪੀਰੀਅੰਸ ਆ ਜ਼ਿੰਦਗੀ ਦੇ, ਉਹ ਚੰਗੇ ਹੋਣ, ਉਹ ਖੁਸ਼ੀ ਹੋਣ। ਸਾਨੂੰ ਇਸ ਧਰਤੀ 'ਤੇ ਜਿਹੜੇ ਸਾਡੇ ਐਕਸਪੀਰੀਅੰਸਿਸ ਮਨ ਸਾਨੂੰ ਖੁਸ਼ੀ ਦੇ ਮਿਲਣ। ਸੋ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਆਪਣੇ ਬੱਚਿਆਂ ਨੂੰ ਚੰਗਿਆਈ, ਪਿਆਰ, ਮੁਹੱਬਤ ਨਹੀਂ ਸਿਖਾ ਸਕਦੇ ਉਹਨਾਂ ਨੂੰ ਸਰੀਰਕ ਜ਼ਖਮ ਦੇ ਕੇ। ਅਸੀਂ ਇਹ ਨਹੀਂ ਉਮੀਦ ਕਰ ਸਕਦੇ ਕਿ ਅਸੀਂ ਸਰੀਰਕ ਜ਼ਖਮ ਦੇ ਕੇ ਅਤੇ ਸਾਡੇ ਬੱਚੇ ਬਾਹਰ ਜਾਣ ਅਤੇ ਸਡਨਲੀ ਸਾਡੇ ਬੱਚੇ ਇੱਕ ਚੰਗੇ ਅਤੇ ਪਿਆਰੇ ਅਤੇ ਮੁਹੱਬਤ ਵਾਲੇ ਇਨਸਾਨ ਬਣ ਜਾਣ। ਨਹੀਂ, ਇਹ ਪਿਆਰ ਮੁਹੱਬਤ ਸਾਨੂੰ ਘਰ ਦੇ ਵਿੱਚ ਪਾਉਣਾ ਪਊਗਾ। ਉਹ ਮਾਡਲ ਤਾਂ ਵੇਖਣ, ਉਹ ਦੇਖਣ, ਬਿਕਾਜ਼ ਸਾਨੂੰ ਮੁਹੱਬਤ ਪਿਆਰ ਦਾ ਕੀ ਪਤਾ ਜੇ ਅਸੀਂ ਮਾਡਲਿੰਗ ਨਹੀਂ ਦੇਖੀ ਹੋਏਗੀ। ਸੋ ਕਈ ਵਾਰ ਡੋਮੈਸਟਿਕ ਵਾਇਲੈਂਸ ਵੀ ਮੈਂ ਕੰਮ ਕਰਦੀ ਹਾਂ, ਕਈ ਲੋਕ ਜਿਹੜੇ ਡੋਮੈਸਟਿਕ ਵਾਇਲੈਂਸ ਵੀ ਕਰਦੇ, ਉਹ ਕਹਿੰਦੇ ਪਿਆਰ ਕਰਦਾ ਸੀ ਮੈਂ ਆਪਦੀ ਘਰ ਵਾਲੀ ਨਾਲ, ਰਾਈਟ। ਪਰ ਤੁਸੀਂ ਦੇਖੋ ਵੀ ਉਹ ਪਿਆਰ ਦੀ ਡੈਫੀਨੇਸ਼ਨ ਉਹਨਾਂ ਨੇ ਆਪਦੇ ਘਰ 'ਚੋਂ ਕਿਹੋ ਜਿਹੀ ਚੱਕੀ ਵੀ ਜੇ ਤੁਸੀਂ ਜਿੱਥੇ ਪਿਆਰ ਕਰਦੇ ਹੋ ਉੱਥੇ ਤੁਸੀਂ ਕਿਸੇ ਨੂੰ ਸਰੀਰਕ ਜ਼ਖਮ ਵੀ ਦੇ ਸਕਦੇ ਹੋ। ਸੋ ਆਪਣੇ ਸਾਰਿਆਂ ਵਾਸਤੇ ਪਿਆਰ ਦੀ ਡੈਫੀਨੇਸ਼ਨ ਵੱਖਰੀ ਵੱਖਰੀ ਆ। ਕਿਉਂ? ਬਿਕਾਜ਼ ਸਾਡੇ ਘਰਦਿਆਂ ਨੇ ਸਾਨੂੰ ਪਿਆਰ ਦੀ ਡੈਫੀਨੇਸ਼ਨ ਵੱਖਰੀ ਵੱਖਰੀ ਦਿੱਤੀ ਵੀ ਆ, ਰਾਈਟ। ਸੋ ਹਾਂਜੀ, ਸੋ ਫੋਰ ਐਗਜ਼ਾਮਪਲ ਇੱਕ ਤੁਹਾਡੀ ਕਲਚਰ ਕੰਡੀਸ਼ਨ ਸਮਝੋ ਕਿ ਅਸੀਂ ਇਹੋ ਜਿਹੇ ਕਲਚਰ 'ਚੋਂ ਆਏ ਹੋ, ਸਾਡੇ 'ਚ ਐਂਡ ਇਹ ਚੀਜ਼ ਦਾ ਮੈਨੂੰ ਵੀ ਬੀ ਕੇਅਰਫੁਲ ਕਰਨਾ ਪੈਂਦਾ ਵਾ ਹਰ ਕਲਚਰ ਦੇ, ਆਪਣੇ ਕਲਚਰ ਦੇ, ਬਿਕਾਜ਼ ਸਾਨੂੰ ਇਹ ਵਿਰਾਸਤ ਚੀਜ਼ਾਂ ਮਿਲੀਆਂ ਵੀਆਂ, ਸਾਡੀਆਂ ਜਨਰੇਸ਼ਨ ਦੇ ਵਿੱਚ ਮਿਲੀਆਂ ਵੀਆਂ। ਸੋ ਸਾਡੇ ਲਈ ਬਦਲਣਾ, ਸਾਡੇ ਲਈ ਬਦਲਾਵ, ਸਾਡੇ ਤਾਂ ਜੀਨਸ ਦੇ ਵਿੱਚ ਇਹ ਚੀਜ਼ਾਂ ਇਹ ਚੀਜ਼ਾਂ ਅਸੀਂ ਦੇਖੀਆਂ ਵੀਆਂ ਬਚਪਨ ਦੇ ਵਿੱਚ, ਕਿੰਨੀਆਂ ਦੇਖੀਆਂ ਵੀਆਂ ਸੀ। ਸੋ ਇਹ ਸਾਡੇ ਨਾਲ ਤਾਂ ਰਹਿੰਦੇ। ਸੋ ਅਵੇਅਰ ਕਰੋ ਕਿ ਅਸੀਂ ਇਸ ਕਲਚਰ ਦੇ ਬਿਲੋਂਗ ਕਰਦੇ ਹੋ। ਸੋ ਇਹ ਸਾਡੇ ਬੱਚੇ ਨੂੰ ਸ਼ੇਮ ਕਰਦਾ ਹੈ, ਸਾਡੇ ਬੱਚੇ ਨੂੰ ਡਿਪਰੈਸ਼ਨ ਦੇ ਵਿੱਚ ਪਾਉਂਦਾ ਵਾ। ਐਂਡ ਨੋਰਮਲੀ ਜਦੋਂ ਅਸੀਂ ਹਿੱਟ ਕਰਦੇ ਹਾਂ, ਸਪੈਂਕ ਕਰਦੇ ਹਾਂ, ਹੁੰਦਾ ਕੀ ਆ ਕਿ ਅਸੀਂ ਆਪ ਵੀ ਟ੍ਰਿਗਰਡ ਹੋਏ ਹੁੰਦੇ ਹਾਂ। ਇੱਕ ਮਾਂ ਆਪ ਵੀ ਗੁੱਸੇ 'ਚ ਹੁੰਦੀ ਆ, ਇੱਕ ਬਾਪ ਆਪ ਵੀ ਗੁੱਸੇ 'ਚ ਹੁੰਦਾ ਵਾ। ਐਂਡ ਜਦੋਂ ਉਹ ਟ੍ਰਿਗਰਡ ਹੋਇਆ ਹੁੰਦਾ ਵਾ, ਉਹ ਇਹ ਚੀਜ਼ਾਂ ਟ੍ਰਿਗਰਡ ਦੇ ਵਿੱਚ ਕਰ ਸਕਦਾ। ਸੋ ਆਪਦੇ ਲਈ ਟਾਈਮ ਆਊਟ ਲਓ ਕਿ ਮੈਂ ਟ੍ਰਿਗਰਡ ਹਾਂ, ਹੁਣ ਮੈਂ ਗੁੱਸੇ 'ਚ ਹਾਂ, ਹੁਣ ਮੇਰੇ ਤੋਂ ਇਹ ਚੀਜ਼ ਹੋ ਸਕਦੀ ਆ, ਇਹ ਚੀਜ਼ ਮੇਰੇ ਤੋਂ, ਮੈਂ ਆਪਦੇ ਬੱਚੇ ਨੂੰ ਸਰੀਰਕ ਜ਼ਖਮ ਦੇ ਸਕਦਾ ਵਾਂ। ਐਂਡ ਉਸ ਚੀਜ਼ ਤੋਂ ਟਾਈਮ ਆਊਟ ਲਵੋ, ਉਸ ਚੀਜ਼ ਤੋਂ ਦੂਰ ਜਾਵੋ। ਸੋ ਇਹ ਬੜਾ ਜ਼ਰੂਰੀ ਆ ਕਿ ਅਸੀਂ ਇਹ ਸਮਝੀਏ ਕਿ ਸਾਡੇ ਬੱਚਿਆਂ ਲਈ ਸਾਨੂੰ ਸਰੀਰਕ ਜਿਹੜਾ ਜ਼ਖਮ ਆ ਉਹ ਇਕੱਲਾ ਸਰੀਰ ਦੇ ਜ਼ਖਮ ਨਾਲ ਨਹੀਂ ਠੀਕ ਹੁੰਦਾ ਗਾ ਕਿ ਤੁਸੀਂ ਕਹੋ ਕਿ ਠੀਕ ਕਰਤਾ ਅਤੇ ਠੀਕ ਹੋ। ਉਹ ਮਾਨਸਿਕ ਜ਼ਖਮ ਸ਼ਾਇਦ ਅਗਲੇ 60 ਸਾਲਾਂ ਤੱਕ ਉਹਨਾਂ ਦੇ ਨਾਲ ਜਾਓ। ਸੋ ਸਾਡੇ ਬੱਚਿਆਂ ਦੀ ਮਾਨਸਿਕਤਾ ਦੇ ਵਿੱਚ ਅਸੀਂ ਕੀ ਪੜ੍ਹਨਾ, ਮੁੱਢਲੇ ਸਾਲ ਉਹਨਾਂ ਦੀ ਜ਼ਿੰਦਗੀ ਦੇ, ਉਹਨਾਂ ਦੇ ਅਰਲੀ ਈਅਰਸ ਜ਼ਿੰਦਗੀ ਦੇ ਵਿੱਚ ਕਿੰਨੇ ਜ਼ਿਆਦਾ ਜ਼ਰੂਰੀ ਆ, ਉਹਨਾਂ ਲਈ ਸਾਨੂੰ ਅਵੇਅਰ ਬਣਨਾ ਪੈਣਾ ਵਾ। ਐਂਡ ਜਿੰਨਾ ਅਸੀਂ ਇਸ ਚੀਜ਼ ਨੂੰ ਕਮਿਟਮੈਂਟ ਬਣਾਵਾਂਗੇ। ਸੋ ਅੱਜ ਆਪਾਂ ਸਾਰੇ ਇੱਕ ਘਰ ਦੇ ਵਿੱਚ ਕਮਿਟਡ ਕਰੋ, ਬੈਠ ਕੇ ਗੱਲ ਕਰੋ ਕਿ ਸਾਡੇ ਘਰ ਦੇ ਵਿੱਚ ਇੱਕ ਸਰੀਰ ਦੂਸਰੇ ਸਰੀਰ ਨੂੰ ਕਦੇ ਹਰਟ ਨਹੀਂ ਕਰੂਗਾ, ਇੱਕ ਸਰੀਰ ਦੂਸਰੇ ਸਰੀਰ 'ਤੇ ਕਦੇ ਵਾਇਲੈਂਸ ਨਹੀਂ ਕਰੂਗਾ। ਅਸੀਂ ਕਦੇ ਸਾਰੇ ਰਲ ਕੇ ਪ੍ਰਣ ਲੈਂਦੇ ਹਾਂ ਕਿ ਅਸੀਂ ਸਰੀਰਕ ਜ਼ਖਮ ਕਿਸੇ ਨੂੰ ਨਹੀਂ ਦੇਵਾਂਗੇ। ਸੋ ਇਹ ਕਮਿਟਮੈਂਟ ਆ। ਐਂਡ ਜੇ ਆਈ ਥਿੰਕ ਆਪਾਂ ਸਾਰੇ ਕਰੀਏ ਤਾਂ ਸਾਡੇ ਬੱਚਿਆਂ ਦਾ ਜਿਹੜਾ ਬਚਪਨ ਆ ਉਹ ਬੜਾ ਖੁਸ਼ਹਾਲ ਹੋ ਸਕਦਾ। ਸੋ ਥੈਂਕ ਯੂ ਐਵਰੀਵਨ। ਜੇ ਤੁਹਾਡੇ ਕੁਐਸਚਨਸ ਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਐਂਡ ਅਸੀਂ ਉਹਨਾਂ ਨੂੰ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੇ। ਬਾਕੀ ਤੁਹਾਡਾ ਕੋਈ ਵੀ ਟੌਪਿਕ ਹੋਵੇ ਜਿਹੜਾ ਤੁਸੀਂ ਸਾਨੂੰ ਚਾਹੁੰਦੇ ਹੋ ਡਿਸਕਸ ਕਰਨ 'ਤੇ, ਅਸੀਂ ਜ਼ਰੂਰ, ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਪਰ ਅਗੇਨ ਪਲੀਜ਼ ਸਰੀਰਕ ਦੁੱਖ ਦੇਣ ਤੋਂ ਪਹਿਲਾਂ ਇਹ ਜ਼ਰੂਰ ਸਮਝੋ, ਸਰੀਰਕ ਜ਼ਖਮ ਦੇਣ ਤੋਂ ਪਹਿਲਾਂ ਇਹ ਜ਼ਰੂਰ, ਸਪੈਂਕਿੰਗ ਤੋਂ ਪਹਿਲਾਂ, ਹਿੱਟ ਤੋਂ ਪਹਿਲਾਂ ਇਹ ਜ਼ਰੂਰ ਸਮਝੋ ਕਿ ਮੈਂ ਆਪਣੇ ਬੱਚੇ ਦਾ
ਮਾਨਸਿਕ ਆਤਮ ਵਿਸ਼ਵਾਸ ਨਹੀਂ ਮਾਰਨਾ ਗਾ। ਇਹ ਚੀਜ਼ਾਂ ਸਾਰੀਆਂ ਆਤਮ ਵਿਸ਼ਵਾਸ, ਸਾਡੇ ਵਿੱਚ ਵੀ ਇਹ ਚੀਜ਼ਾਂ ਆਤਮ ਵਿਸ਼ਵਾਸ ਮਰੇ ਵੇ ਆ, ਸਾਡੇ 'ਚ ਵੀ ਡਰ ਆ, ਸਾਡੇ 'ਚ ਵੀ ਇੰਗਜ਼ਾਇਟੀ ਆ। ਇਹ ਕਿੱਥੋਂ ਆਏ ਆ ਸਾਰੇ? ਇਹਨਾਂ ਚੀਜ਼ਾਂ ਤੋਂ, ਬਿਕਾਜ਼ ਸਾਡੇ ਮੁੱਢਲੇ ਐਕਸਪੀਰੀਅੰਸਿਸ ਦੇ ਵਿੱਚ ਅਸੀਂ ਡਰ, ਇੰਗਜ਼ਾਇਟੀ, ਲੋ ਸੈਲਫ ਅਸਟੀਮ, ਇਹ ਸਾਰਾ ਐਕਸਪੀਰੀਅੰਸ ਕੀਤਾ ਵਾ। ਸੋ ਅਸੀਂ ਆਪਣੇ ਬੱਚੇ ਦੇ ਸਰੀਰ ਨਹੀਂ ਪਾਲਣੇ, ਅਸੀਂ ਆਪਣੇ ਬੱਚੇ ਦੀ ਮਾਨਸਿਕ ਸਿਹਤ ਵੀ ਪਾਲਣੀ ਆ। ਐਂਡ ਮਾਨਸਿਕ ਸਿਹਤ ਵੀ ਸਾਨੂੰ ਓਨੀ ਹੀ ਵੱਡੀ ਚਾਹੀਦੀ ਹੈ ਜਿੰਨੀ ਸਾਨੂੰ ਸਰੀਰਕ ਸਿਹਤ ਚਾਹੀਦੀ ਆ। ਸੋ ਥੈਂਕ ਯੂ ਸੋ ਮਚ ਐਵਰੀਵਨ। ਬੀ ਸਟੇ ਸੇਫ ਐਂਡ ਸਟੇ ਹੋਮ। ਐਂਡ ਹੁਣ ਮੰਡੇ ਇੱਕ ਅਸੀਂ ਲਾਈਵ ਸੈਸ਼ਨ ਕਰਾਂਗੇ। ਪਲੀਜ਼ ਜੇ ਸਾਡੀਆਂ ਵੀਡੀਓਜ਼ ਹੋਰ ਵੀ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਤਾਂ ਜੋ ਉਹਨਾਂ ਸਾਰੇ ਲੋਕਾਂ ਦੀ ਮਦਦ ਹੋ ਸਕੇ, ਤਾਂ ਜੋ ਇਹ ਜਿਹੜੇ ਮਾਨਸਿਕ ਦੇ ਜਿਹੜੇ ਲੈਸਨ ਆ, ਮਾਨਸਿਕ ਦੀਆਂ ਜਿਹੜੀਆਂ ਗੱਲਾਂ ਵਾ, ਅਸੀਂ ਸਾਰੇ ਥਾਵਾਂ 'ਤੇ ਪਹੁੰਚਾ ਸਕੀਏ। ਕੋਈ ਵੀ ਮਾਨਸਿਕ ਦੀ ਵੀਡੀਓ ਬਾਹਰ ਆਉਂਦੀ ਆਈ ਥਿੰਕ ਵੱਧ ਤੋਂ ਵੱਧ ਆਪਣੇ ਕਲਚਰ ਦੇ ਵਿੱਚ ਸ਼ੇਅਰ ਕਰੋ, ਬਿਕਾਜ਼ ਜਿੰਨੀਆਂ ਅਸੀਂ ਵੀਡੀਓਜ਼, ਜਿੰਨੇ ਇਨਫੋਰਮੇਸ਼ਨ, ਜਿੰਨੀ ਅਸੀਂ ਨਿਊਜ਼ ਇਹ ਜਿਹੀਆਂ ਚੀਜ਼ਾਂ 'ਚ ਜ਼ਿਆਦਾ ਦੇਖਾਂਗੇ, ਉਨਾ ਹੀ ਅਸੀਂ ਆਪਦੇ ਆਪ ਨੂੰ ਬਦਲਾਅ ਜ਼ਿਆਦਾ ਕਰਾਂਗੇ। ਥੈਂਕ ਯੂ ਸੋ ਮਚ ਐਵਰੀਵਨ। ਐਂਡ ਸਟੇ ਸੇਫ। ਐਂਡ ਵੱਧ ਤੋਂ ਵੱਧ ਆਪਦੇ ਰਿਸ਼ਤਿਆਂ ਦੇ ਵਿੱਚ ਇਨਵੈਸਟ ਕਰੋ, ਪਲੇਫੁਲਨੈਸ ਕਰੋ, ਆਪਦੇ ਗਾਰਡਨ ਦੇ ਵਿੱਚ, ਬਾਹਰ ਜਾ ਕੇ, ਕਿਤੇ ਵੀ ਤੁਹਾਨੂੰ ਲੱਗਦਾ ਵਾ ਜਿੱਥੇ ਆਪਦੇ ਤੁਸੀਂ ਆਈਸੋਲੇਸ਼ਨ ਦੇ ਵਿੱਚ ਰਹਿ ਕੇ ਇੰਜੋਏ ਕਰ ਸਕਦੇ ਹੋ। ਥੈਂਕ ਯੂ ਸੋ ਮਚ everyone. Bye.